ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸ਼ਮਿੰਦਰ ਸਿੰਘ, ਰਜਿਸਟਰਡ ਮਾਈਗ੍ਰੇਸ਼ਨ ਏਜੰਟ ਆਸਟ੍ਰੇਲੀਆ, ਟਾਰਗੇਟ ਸਕਸੈਸ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਫਰੀਦਕੋਟ ਪੰਜਾਬ ਅਤੇ ਮੈਲਬੌਰਨ ਆਸਟ੍ਰੇਲੀਆ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਰਨ, ਟਾਰਗੇਟ ਸਕਸੈਸ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਤੋਂ। ਜਿਸ ਤਰ੍ਹਾਂ ਆਪਣੀ ਆਸਟ੍ਰੇਲੀਆ ਪੀਆਰ ਦੇ ਓਕੂਪੇਸ਼ਨਸ ਦੀ ਸੀਰੀਜ਼ ਕੰਟੀਨਿਊਲੀ ਚੱਲ ਰਹੀ ਹੈ ਪਿਛਲੇ 2 ਵੀਕਸ ਤੋਂ। 2 ਪਾਰਟ ਆਲਰੇਡੀ ਰਿਲੀਜ਼ ਹੋ ਚੁੱਕੇ ਨੇ। ਅੱਜ ਆਪਾਂ ਥਰਡ ਪਾਰਟ ਕੰਟੀਨਿਊ ਕਰਨ ਜਾ ਰਹੇ ਹਾਂ। ਇਸ ਪਾਰਟ ਦੇ ਵਿੱਚ ਅੱਜ ਅਸੀਂ ਉਹਨਾਂ ਓਕੂਪੇਸ਼ਨਸ ਦੇ ਬਾਰੇ ਡਿਸਕਸ ਕਰਾਂਗੇ ਜਿਨ੍ਹਾਂ ਨੂੰ ਇੱਕ ਪਾਰਟਿਕੂਲਰ ਸਕਿੱਲ ਅਸੈਸਿੰਗ ਬੋਡੀ ACS ਅਸੈਸ ਕਰਕੇ ਪੀਆਰ ਦੇ ਲਈ ਆਪਸ਼ਨਸ ਪ੍ਰੋਵਾਈਡ ਕਰਦੀ ਹੈ। ਸਰ ਤੁਸੀਂ ਇਲੈਬੋਰੇਟ ਕਰੋਗੇ ACS ਕੀ ਹੁੰਦਾ ਹੈ? ACS ਦਾ ਮਤਲਬ ਹੁੰਦਾ ਹੈ ਆਸਟ੍ਰੇਲੀਅਨ ਕੰਪਿਊਟਰ ਸੁਸਾਇਟੀ। ਇਹ ਅਸੈਸਿੰਗ ਬੋਡੀ ਪਾਰਟਿਕੂਲਰਲੀ ਜਿਹੜੇ ਓਕੂਪੇਸ਼ਨਸ ICT ਜਾਂ ਕੰਪਿਊਟਰਸ ਰਿਲੇਟਡ ਹੁੰਦੇ ਨੇ ਉਹਨਾਂ ਓਕੂਪੇਸ਼ਨਸ ਨੂੰ ਹੀ ਅਸੈਸ ਕਰਦੀ ਹੈ। ਓਕੇ। ਵੈਸੇ ਤਾਂ ਸਰ ਕੰਪਿਊਟਰ ਤੋਂ ਸਮਝ ਆ ਰਿਹਾ ਕਿ ਇਹਦੇ ਵਿੱਚ ਕਿਹੜੀਆਂ ਆਕੂਪੇਸ਼ਨਸ ਹੋਣਗੀਆਂ, ਬਟ ICT ਕੀ ਹੁੰਦਾ ਤੁਸੀਂ ਇਹਨੂੰ ਇਲੈਬੋਰੇਟ ਕਰੋਗੇ? ICT ਬਾਰੇ ਨਹੀਂ ਨॉलेज ਹੈਗੀ। ਇੰਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀਜ਼। ICT ਦਾ ਡਿਟੇਲ ਮੀਨਿੰਗ ਹੈਗਾ ਇੰਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀਜ਼। ਤੋਂ ਮੋਸਟਲੀ ਜਿਹੜੇ ICT ਦੇ ਅੰਡਰ ਆਕੂਪੇਸ਼ਨਸ ਆਉਂਦੇ ਨੇ ਉਹਨਾਂ ਦੀ ਸਕਿੱਲ ਅਸੈਸਮੈਂਟ ਕਰਦੇ ਆ। ਸੌਫਟਵੇਅਰ ਇੰਜੀਨੀਅਰਸ, ਨੈਟਵਰਕ ਇੰਜੀਨੀਅਰਸ, ਮੋਸਟਲੀ ਜਿਹੜੇ ਇਦਾਂ ਦੇ ਆਕੂਪੇਸ਼ਨਸ ਹੈ ACS ਉਹਨਾਂ ਦੇ ਬਾਰੇ ਉਹਨਾਂ ਦੀ ਸਕਿੱਲ ਅਸੈਸਮੈਂਟ ਕਰਦੀ ਹੈ। ਓਕੇ ਸਰ, ਤੁਸੀਂ ਇੱਕ ਲਿਸਟ ਦੇ ਥਰੂ ਇਹਨੂੰ ਥੋੜਾ ਇਲੈਬੋਰੇਟ ਕਰ ਸਕਦੇ ਹੋ ਕਿ ACS ਦੇ ਅੰਡਰ ਕਿਹੜੀਆਂ ਸਾਰੀਆਂ ਆਕੂਪੇਸ਼ਨਸ ਨੇ? ਹਾਂਜੀ, ਜਿੱਦਾਂ ਆਪਾਂ ਨਾਰਮਲੀ ਕਰਦੇ ਹਾਂ, ਮੈਂ ਤੁਹਾਡੇ ਨਾਲ ਇੱਕ ਸਕਰੀਨ ਸ਼ੇਅਰ ਕਰਦਾ ਜੀ। ਤੇ ਉਹਦੇ ਵਿੱਚ ਤੁਹਾਨੂੰ ਆਕੂਪੇਸ਼ਨਸ ਤੇ ਉਹਨਾਂ ਦੇ ਐਂਸਕੋ ਕੋਡਸ, ਆਈ ਹੋਪ ਕਿ ਤੁਸੀਂ ਸਕਰੀਨ ਦੇਖ ਪਾ ਰਹੇ ਹੋਵੋਗੇ। ਜੀ ਸਰ। ਹਾਂਜੀ। ਤੋ ਆਪਾਂ ਪਹਿਲੇ ਜੋ ਤਿੰਨ ਆਕੂਪੇਸ਼ਨਸ ACS ਦੇ ਅੰਡਰ ਆਉਂਦੇ ਨੇ, ਐਂਸਕੋ ਕੋਡ 13551 ਦੇ ਅੰਡਰ, ਠੀਕ ਹੈ। ਚੀਫ ਇੰਫੋਰਮੇਸ਼ਨ ਆਫਿਸਰ, ICT ਪ੍ਰੋਜੈਕਟ ਮੈਨੇਜਰ, ICT ਪ੍ਰੋਜੈਕਟ ਮੈਨੇਜਰਸ ਨੈਕ। ਓਕੇ। ਸਰ ਵੈਸੇ ਆਈ ਥਿੰਕ ਮੈਨੇਜਰਸ ਦੀ ਇੱਕ ਅਲੱਗ ਤੋਂ ਅਸੈਸਿੰਗ ਬੋਡੀ ਹੈ, ਬਟ ਕੀ ਮਤਲਬ ਕੰਪਿਊਟਰ ਦੇ ਰਿਲੇਟਡ ਸਾਰੇ ਮੈਨੇਜਰਸ ਨੂੰ ACS ਹੀ ਦੇਖੇਗੀ? ਹਾਂ, ਜਿੱਦਾਂ ਤੁਸੀਂ ਕਿਹਾ ਬਿਲਕੁਲ ਠੀਕ ਹੈ ਕਿ ਮੈਨੇਜਰਸ ਦੀ ਜਿਹੜੀ ਸਕਿੱਲ ਅਸੈਸਮੈਂਟ ਬੋਡੀ ਹੈਗੀ ਆ ਉਹ ਡਿਫਰੈਂਟ ਹੈ। ਮੋਸਟਲੀ IML ਹੈ ਜੋ ਮੈਨੇਜਰਸ ਨੂੰ ਅਸੈਸ ਕਰਦੀ ਹੈ। ਇਸ ਦੇ ਬਾਰੇ ਆਪਾਂ ਨੈਕਸਟ ਕਿਸੇ ਐਪੀਸੋਡ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਕਿਹੜੀ ਸਕਿੱਲ ਅਸੈਸਮੈਂਟ ਬੋਡੀ ਹੈ ਔਰ ਕਿਹੜੇ ਕਿਹੜੇ ਮੈਨੇਜਰਸ ਦੀ ਆਕੂਪੇਸ਼ਨਸ ਨੂੰ ਅਸੈਸ ਕਰਦੀ ਹੈ। ਹਾਂਜੀ, ਇਹ ਜਿਹੜੇ ICT ਰਿਲੇਟਡ ਮੈਨੇਜਰਸ ਨੇ ਉਹਨਾਂ ਨੂੰ ACS ਹੀ ਅਸੈਸ ਕਰਦੀ ਹੈ ਜੀ। ਜੀ। ਠੀਕ ਹੈ। ਤੋ ਇਹਦੇ ਵਿੱਚ ਜਿੱਦਾਂ ਆਪਾਂ ਪਿਛਲੀ ਸੀਰੀਜ਼ ਦੇ ਵਿੱਚ ਵੀ ਦੱਸਿਆ ਸੀ, ਇਹਦੇ ਵਿੱਚ ਇੱਕ ਆਕੂਪੇਸ਼ਨ ਹੈਗਾ ਨੈਕ। ਨੈਕ ਦਾ ਮਤਲਬ ਹੁੰਦਾ ਨੋ ਐਲਸਵੇਅਰ ਕਲਾਸੀਫਾਈਡ। ਤੋ ਜਿਹੜੇ ਨਾਰਮਲੀ ਪ੍ਰੋਜੈਕਟ ਮੈਨੇਜਰਸ ਹੋਣਗੇ ਉਹ ICT ਪ੍ਰੋਜੈਕਟ ਮੈਨੇਜਰ 135112 ਦੇ ਵਿੱਚ ਹੋਣਗੇ। ਔਰ ਜਿਹੜੇ ਹੋਰ ਕਿਸੇ ਤਰ੍ਹਾਂ ਦੇ ਮੈਨੇਜਰਸ ਹੈਗੇ ਨੇ ICT ਦੇ ਵਿੱਚ ਉਹ 135199 ਦੇ ਅੰਡਰ ਆਉਣਗੇ। ਤਾਂ ਜੀ। ਇਹ ਦੋ ਆਕੂਪੇਸ਼ਨ ਕੋਡ ਦੇ ਅੰਦਰ, ਐਂਸਕੋ ਕੋਡਸ ਦੇ ਅੰਦਰ ਆਲਮੋਸਟ ਸਾਰੇ ਹੀ ਜਿਹੜੇ ਪ੍ਰੋਜੈਕਟ ਮੈਨੇਜਰਸ ਹੈਗੇ ਆ ਉਹ ਇੰਕਲੂਡ ਹੋ ਜਾਂਦੇ ਨੇ। ਓਕੇ। ਠੀਕ ਹੈ ਜੀ। ਨੈਕਸਟ ਆਕੂਪੇਸ਼ਨ ਹੈਗਾ ਹੈ ਸਾਡਾ ICT ਟ੍ਰੇਨਰਸ। ਠੀਕ ਹੈ। ਬਹੁਤ ਲੋਕ ਨੇ ਜੋ IT ਦੇ ਵਿੱਚ ਨੇ, ਉਹ ਟ੍ਰੇਨਿੰਗ ਦਾ ਕੰਮ ਕਰਦੇ ਨੇ। ਸੌਫਟਵੇਅਰ ਡਿਵੈਲਪਮੈਂਟ ਦੀ ਟ੍ਰੇਨਿੰਗ ਦਿੰਦੇ ਆ, ਵੈਬ ਡਿਵੈਲਪਮੈਂਟ ਦੀ ਟ੍ਰੇਨਿੰਗ ਦਿੰਦੇ ਨੇ, ਸਿਸਕੋ ਦੀਆਂ ਸਰਟੀਫਿਕੇਸ਼ਨਸ ਦੀ ਟ੍ਰੇਨਿੰਗ ਦਿੰਦੇ ਨੇ, ਡਾਟਾਬੇਸ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਟ੍ਰੇਨਿੰਗ ਦਿੰਦੇ ਨੇ। ਤਾਂ ਜੋ ICT ਟ੍ਰੇਨਰਸ ਨੇ ਉਹ 222321 ਜੋ ਇਹਨਾਂ ਦਾ ਐਂਸਕੋ ਕੋਡ ਹੈ ਉਹ ਵੀ ACS ਦੇ ਅੰਡਰ ਹੀ ਫਾਲ ਕਰਦਾ ਹੈ। ਜੀ। ਠੀਕ ਹੈ ਜੀ। ਤੋ ਉਸ ਤੋਂ ਬਾਅਦ ਨੈਕਸਟ ਕਾਫੀ ਲੰਬੀ ਲਿਸਟ ਹੈ ਜਿਹੜੀ ਕਿ ਸਟਾਰਟ ਹੁੰਦੀ ਹੈ ICT ਬਿਜ਼ਨਸ ਐਨਾਲਿਸਟ। ਠੀਕ ਹੈ ਜੀ। ਸਿਸਟਮ ਐਨਾਲਿਸਟ, ਮਲਟੀਮੀਡੀਆ ਸਪੈਸ਼ਲਿਸਟ। ਜੋ ਐਨਾਲਿਸਟ ਦੀ ਜੌਬ ਦੀ ਗੱਲ ਕਰੀਏ ਅੱਜ ਕੱਲ ਦੇ ਕਾਫੀ ਟ੍ਰੈਂਡਿੰਗ ਆਕੂਪੇਸ਼ਨਸ ਦੇ ਵਿੱਚ ਆ ਜਾਂਦੇ ਨੇ। ICT ਬਿਜ਼ਨਸ ਐਨਾਲਿਸਟ, ਸਿਸਟਮ ਐਨਾਲਿਸਟ। ਠੀਕ ਹੈ। ਇਹਨਾਂ ਦੀ ਵੀ ਸਕਿੱਲ ਅਸੈਸਿੰਗ ਬੋਡੀ ACS ਹੈ। ਇੱਥੇ ਤੁਸੀਂ ਇੱਕ ਕਾਮਨ ਚੀਜ਼ ਦੇਖ ਰਹੇ ਹੋਵੋਗੇ ਕਿ ਜੋ ਆਕੂਪੇਸ਼ਨਸ ਆਏ ਨੇ ਇਹ ਪੂਰੀ ਲਿਸਟ ਦੇ ਵਿੱਚ, ਇਸ ਵਾਲੇ ਟੇਬਲ ਦੇ ਵਿੱਚ ਸਾਰਿਆਂ ਦਾ ਜੋ ਐਂਸਕੋ ਕੋਡ ਹੈ ਉਹਦੀ ਸਟਾਰਟਿੰਗ 26 ਤੋਂ ਹੋ ਰਹੀ ਹੈ। 26 ਜਿਹੜਾ ਹੈਗਾ ਇਹ ICT ਰਿਲੇਟਡ ਆਕੂਪੇਸ਼ਨਸ ਦੇ ਵਿੱਚ ਆਉਂਦਾ ਹੈ। ਠੀਕ ਹੈ ਜੀ। ਮਲਟੀਮੀਡੀਆ ਸਪੈਸ਼ਲਿਸਟ, ਵੈਬ ਡਿਵੈਲਪਰ, ਐਨਾਲਿਸਟ ਪ੍ਰੋਗਰਾਮਰ, ਡਿਵੈਲਪਰ ਪ੍ਰੋਗਰਾਮਰ, ਸੌਫਟਵੇਅਰ ਇੰਜੀਨੀਅਰ, ਸੌਫਟਵੇਅਰ ਟੈਸਟਰ, software and applications programmer, no elsewhere classified, again ਅਲੱਗ ਤਰ੍ਹਾਂ ਦੀ ਕੈਟੇਗਰੀ ਜੋ ਕਿ ਸੌਫਟਵੇਅਰ ਇੰਜੀਨੀਅਰਸ ਜਾਂ ਪ੍ਰੋਗਰਾਮਰਸ ਦੇ ਵਿੱਚ ਫਾਲ ਨਹੀਂ ਕਰਦੇ ਤੇ ਉਹ ਵੀ ਉਹਨਾਂ ਲਈ ਵੀ ਆਪਸ਼ਨਸ ਹੈਗੀਆਂ ਨੇ।
DBA database administrators, security specialist। ਸਿਕਿਉਰਿਟੀ ਸਪੈਸ਼ਲਿਸਟ ਦੇ ਵਿੱਚ ਹੁਣ ਦੇਖੋ, ਜਿੱਦਾਂ ਤੁਸੀਂ ਨਿਊਜ਼ ਸੁਣਦੇ ਹੀ ਹੋਵੋਗੇ, ਆਸਟ੍ਰੇਲੀਆ ਜੋ ਇਸ ਟਾਈਮ ਸਟਰਗਲ ਕਰ ਰਿਹਾ, ਮਤਲਬ ਹਰ ਮੰਥ ਕੋਈ ਨਾ ਕੋਈ ਨਿਊਜ਼ ਆਉਂਦੀ ਹੈ ਆਸਟ੍ਰੇਲੀਆ ਦੇ ਵਿੱਚ ਕਿ ਹੈਕਿੰਗ ਹੋ ਰਹੀ ਹੈ। ਕਦੇ ਆਪਟਸ ਦੀ ਹੈਕਿੰਗ ਹੋ ਗਈ, ਜਾਂ ਵੱਡੇ ਵੱਡੇ ਜੋ ਇੱਥੇ ਬ੍ਰਾਂਡ ਹੈਗੇ ਆ ਉਹਨਾਂ ਦੇ ਡਾਟਾਬੇਸ ਹੈਕ ਹੋ ਰਿਹਾ। ਤਾਂ ਇਹਨਾਂ ਨੂੰ ਬੜੀ ਜ਼ਿਆਦਾ ਡਿਮਾਂਡ ਹੈ, ਬਹੁਤ ਜ਼ਿਆਦਾ ਡਿਮਾਂਡ ਹੈਗੀ ਆ ICT ਸਿਕਿਉਰਿਟੀ ਸਪੈਸ਼ਲਿਸਟ ਦੀ। तो काफी डिमांड ਦੇ ਵਿੱਚ ਇਹ ਆਕੂਪੇਸ਼ਨ ਇਸ ਟਾਈਮ। ਸਿਸਟਮ ਐਡਮਿਨਿਸਟ੍ਰੇਟਰਸ, ਕੰਪਿਊਟਰ ਨੈਟਵਰਕ ਐਂਡ ਸਿਸਟਮ ਐਡਮਿਨਿਸਟ੍ਰੇਟਰਸ, ਨੈਟਵਰਕ ਐਡਮਿਨਿਸਟ੍ਰੇਟਰ, ਨੈਟਵਰਕ ਐਨਾਲਿਸਟ, ਆ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਆ ਇਹ ਐਡਮਿਨਿਸਟ੍ਰੇਟਰਸ ਦੇ ਆ, ਜੋ ਨੈਟਵਰਕਿੰਗ ਰਿਲੇਟਡ ਪ੍ਰੋਫਾਈਲ ਵਾਲੇ ਆ, ਜੋ ਸੌਫਟਵੇਅਰ ਵਾਲੇ ਨਹੀਂ ਹੈਗੇ, ਜੋ ਨੈਟਵਰਕਿੰਗ ਜਾਂ ਹਾਰਡਵੇਅਰ ਦੇ ਵਾਲੇ ਆ। ਕੁਆਲਿਟੀ ਇੰਸ਼ੋਰੈਂਸ ਇੰਜੀਨੀਅਰ, ਸਪੋਰਟ ਇੰਜੀਨੀਅਰ ਐਂਡ ਸਿਸਟਮ ਟੈਸਟ ਇੰਜੀਨੀਅਰ, ICT ਸਪੋर्ट एंड टेस्ट इंजीनियर्स। ठीक है, ये भी ACS ਦੇ ਅੰਡਰ ਹੀ ਆਉਂਦੇ ਨੇ ਆਕੂਪੇਸ਼ਨ ਸਾਰੇ। ਅਗੇਨ ਸਰ ਆਈ ਥਿੰਕ ਇੰਜੀਨੀਅਰਸ ਦੀ ਵੈਸੇ ਅਲੱਗ ਅਸੈਸਿੰਗ ਬੋਡੀ ਹੈ ਹਾਂਜੀ EA, ਹਾਂਜੀ। ਐਂਡ ਬਟ ਅਗੇਨ ਕੰਪਿਊਟਰ ਦੇ ਰਿਲੇਟਡ ਸਾਰੇ ਇੰਜੀਨੀਅਰਸ ਇਹਦੇ ਵਿੱਚ ਹਾਂ, ACS ਵੀ ਇਹਦੇ ਦੇਖ ਵਿੱਚ ਰਹੀ ਹੁਣ ਹੈ। ਦੇਖੋ ਸੌਫਟਵੇਅਰ ਇੰਜੀਨੀਅਰ ਵੀ ਇੰਜੀਨੀਅਰਸ ਦੇ ਵਿੱਚ ਆ ਗਿਆ। ਠੀਕ ਜੀ ਹੈ, ਹੁਣ ਜਿਹੜੀ ਚੀਜ਼ ਤੁਸੀਂ ਗੱਲ ਕਰ ਰਹੇ ਹੋ ਕਿ ਹਾਂਜੀ ਬਿਲਕੁਲ ਸਹੀ ਹੈ, ਕਿ ਉਹ ਇੰਜੀਨੀਅਰਸ ਆਸਟ੍ਰੇਲੀਆ ਪਰਟੀਕੁਲਰਲੀ ਇੰਜੀਨੀਅਰਸ ਦੇ ਪ੍ਰੋਫੈਸ਼ਨ ਦੀ ਹੀ ਸਕਿੱਲ ਅਸੈਸਮੈਂਟ ਕਰਦੀ ਆ। ਅਗੇਨ ਉਹਦੇ ਬਾਰੇ ਵੀ ਆਪਾਂ ਕਿਸੇ ਨੈਕਸਟ ਹੋਰ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਆਕੂਪੇਸ਼ਨਸ ਇੰਜੀਨੀਅਰ ਆਸਟ੍ਰੇਲੀਆ ਅਸੈਸ ਕਰਦੀ ਆ ਔਰ ਕੀ ਕੀ ਕ੍ਰਾਈਟੇਰੀਆ ਹੁੰਦਾ। ਤਾਂ ਇਹਦੀ ਜਿਹੜੀ ਹੈਗੀ ਹੈ, ਜਿਹੜੇ ਮੇਨਲੀ ICT ਰਿਲੇਟਡ, ਕੰਪਿਊਟਰਸ ਰਿਲੇਟਡ, ਉਹ ਵਾਲੇ ਆਕੂਪੇਸ਼ਨਸ ACS ਦੇ ਅੰਡਰ ਆਉਂਦੇ ਨੇ। ਜੀ ਓਕੇ ਸਰ, ਇਸ ਤੋਂ ਬਿਨਾਂ ਵੀ ਕੋਈ ਹੋਰ ਆਕੂਪੇਸ਼ਨਸ ਨੇ ਜਾਂ ਇਹਦੇ ਇਹ ਵਿੱਚ ਲਾਸਟ ਹੀ? ਲਾਸਟ ਇੱਕ ਆਕੂਪੇਸ਼ਨ ਹੈਗਾ ਜੀ, ਦੈਟ ਇਜ਼ ਵੈਬ ਐਡਮਿਨਿਸਟ੍ਰੇਟਰ। ਅਗੇਨ ਇਹ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਆ ਗਿਆ। ਇਹਨਾਂ ਦਾ ਐਂਸਕੋ ਕੋਡ ਹੈਗਾ 313113। ਜੀ ਠੀਕ ਹੈ ਜੀ। ਓਕੇ, ਦਿਸ ਇਜ਼ ਤੋ ਦ ਲਾਸਟ। ਹਾਂਜੀ, 24 ਆਕੂਪੇਸ਼ਨਸ ਜਿਹੜੇ ਹੈਗੇ ACS ਅਸੈਸ ਕਰਦੀ ਹੈ ਐਜ਼ ਪਰ ਦਿਸ ਲਿਸਟ। ਤੋ 24 ਆਕੂਪੇਸ਼ਨਸ ਜਿਹੜੇ ਹੈਗੇ ਆ ਇਸ ਟਾਈਮ ਅਵੇਲੇਬਲ ਨੇ ACS ਦੇ ਪ੍ਰੋਫਾਈਲ ਪੋਰਟਫੋਲੀਓ ਦੇ ਅੰਦਰ। ਓਕੇ ਜੀ। ਸਰ, ਅੱਗੇ ਅਗਰ ਆਪਾਂ ਨੈਕਸਟ ਡਿਟੇਲ ਦੇ ਵਿੱਚ ਡਿਸਕਸ ਕਰੀਏ, ਹਮ। ACS ਜਦੋਂ ਅਸੈਸਮੈਂਟ ਕਰਦੀ ਹੈ ਉਹਦੇ ਲਈ ਕੀ ਕੀ ਡਾਕੂਮੈਂਟਸ ਜ਼ਰੂਰੀ ਨੇ ਜੋ ਮਤਲਬ ਨੂੰ ਰੈਡੀ ਕਰਨੇ ਪੈਣਗੇ ਅਗਰ ਉਹ ਆਪਣੀ ਅਸੈਸਮੈਂਟ ਕਰਾਉਣਾ ਚਾਹੁੰਦੇ? ਅਗੇਨ ਜੋ ਆਪਾਂ ਬੇਸਿਕ ਪਹਿਲੇ ਐਪੀਸੋਡ ਦੇ ਵਿੱਚ ਦੱਸਿਆ ਸੀਗਾ ਕਿ ਸਕਿੱਲ ਅਸੈਸਿੰਗ ਬੋਡੀਜ਼ ਕੀ ਹੁੰਦੀਆਂ ਨੇ ਔਰ ਸਕਿੱਲ ਅਸੈਸਿੰਗ ਬੋਡੀਜ਼ ਦਾ ਕੰਮ ਕੀ ਹੈ। ਸਕਿੱਲ ਅਸੈਸਿੰਗ ਬੋਡੀ ਨੇ ਐਸ ਪਰ ਯੂਰ ਐਜੂਕੇਸ਼ਨ ਐਂਡ EMPLOYMENT ਤੁਹਾਡੀ ਆਕੂਪੇਸ਼ਨ ਦੀ ਐਲੀਜੀਬਿਲਟੀ ਨੂੰ ਚੈੱਕ ਕਰਨਾ ਹੈ। ਉਸ ਐਲੀਜੀਬਿਲਟੀ ਦੇ ਅਕੋਰਡਿੰਗਲੀ ਆਊਟਪੁੱਟ ਦੇਣੀ ਹੈ ਕਿ ਯੈਸ ਯੂ ਕੈਨ ਅਪਲਾਈ ਫॉर ਆਸਟ੍ਰੇਲੀਆ ਵੀਜ਼ਾ ਔਰ ਨੋਟ। ਠੀਕ ਹੈ, ਤਾਂ ਜੀ ਜਿੱਦਾਂ ਉਹਨਾਂ ਦੀ ਰਿਕੁਆਇਰਮੈਂਟ ਹੈ, ਪਹਿਲੀ ਰਿਕੁਆਇਰਮੈਂਟ ਐਜੂਕੇਸ਼ਨ ਪਲੱਸ EMPLOYMENT। ਤਾਂ ਮੋਸਟਲੀ ਜੋ ਸਕਿੱਲ ਅਸੈਸਿੰਗ ਬੋਡੀਜ਼ ਨੇ ਉਹ ਰੈਲੇਵੈਂਟ ਐਜੂਕੇਸ਼ਨ ਪਲੱਸ ਰੈਲੇਵੈਂਟ ਐਕਸਪੀਰੀਅੰਸ ਦੇ ਬਿਹਾਫ ਦੇ ਉੱਤੇ ਹੀ ਪੋਜ਼ਿਟਿਵ ਸਕਿੱਲ ਅਸੈਸਮੈਂਟ ਦਿੰਦੀਆਂ ਨੇ। ਓਕੇ, ਐਂਡ EMPLOYMENT ਦੇ ਵਿੱਚ ਕੋਈ ਸਪੈਸੀਫਿਕ ਡਾਕੂਮੈਂਟ, ਜਿੰਨਾ ਕੁ ਆਈ ਥਿੰਕ ਮੇਰੇ ਨੌਲੇਜ ਦੇ ਵਿੱਚ ਹੈ ਕਿ ਆਫਰ ਲੈਟਰ ਐਂਡ ਐਕਸਪੀਰੀਅੰਸ ਲੈਟਰ ਐਂਡ ਸਟੇਟਮੈਂਟਸ ਚਾਹੀਦੀਆਂ, ਬੈਂਕ ਸਟੇਟਮੈਂਟਸ। ਇਸ ਤੋਂ ਹਮ। ਬਿਨਾ ਕੋਈ ਸਪੈਸੀਫਿਕ ਕੋਈ ਡਾਕੂਮੈਂਟ ਜੋ ਐਪਲੀਕੈਂਟਸ ਨੂੰ ਰੈਡੀ ਕਰਵਾਉਣਾ ਪਏਗਾ ਦੇਖੋ ਆਪਣੇ ਮੇਰੇ EMPLOYER? ਕੋਲੇ ਬਹੁਤ ਕੁਐਰੀਜ਼ ਆਉਂਦੀਆਂ ਨੇ ਕਿ ਜੀ ਮੇਰੇ ਕੋਲੇ ਸਿਰਫ ਸੈਲਰੀ ਸਲਿਪਸ ਹੈਗੀਆਂ ਨੇ। ਠੀਕ ਹੈ, ਮੇਰੇ ਕੋਲੇ ਐਕਸਪੀਰੀਅੰਸ ਲੈਟਰ ਹੈਗਾ ਔਰ ਮੇਰੇ ਕੋਲੇ ਸੈਲਰੀ ਸਲਿਪਸ ਹੈਗੀਆਂ ਨੇ, ਬਟ ਫਰੈਂਕਲੀ ਸਪੀਕਿੰਗ ਇਹ ਸਫੀਸ਼ੀਐਂਟ ਨਹੀਂ ਹੈਗਾ। ਮੋਸਟਲੀ ਜੋ ਸਕਿੱਲ ਅਸੈਸਿੰਗ ਬੋਡੀਜ਼ ਨੇ ਉਹ ਪ੍ਰੂਫ ਮੰਗਦੀਆਂ ਨੇ, ਫਾਈਨੈਂਸ਼ੀਅਲ ਪ੍ਰੂਫਸ ਅਦਰ ਦੈਨ ਪੇ ਸਲਿਪਸ। ਠੀਕ ਹੈ, ਔਰ ਘੱਟ ਤੋਂ ਘੱਟ 2 ਜਾਂ 3 ਪ੍ਰੂਫ ਤੁਸੀਂ ਅਦਰ ਦੈਨ ਪੇ ਸਲਿਪਸ ਦੇਣੇ ਨੇ। ਫਾਈਨੈਂਸ਼ੀਅਲ ਪ੍ਰੂਫ ਜਿਹਦੇ ਵਿੱਚ ਬੈਂਕ ਸਟੇਟਮੈਂਟ ਹੋ ਜਾਏਗੀ, ਸੈਲਰੀ ਦਾ ਪ੍ਰੂਫ, ITRs ਹੋ ਜਾਣਗੀਆਂ ਤੁਹਾਡੀਆਂ, ਇਨਕਮ ਟੈਕਸ ਰਿਟਰਨਸ। ACS ਥੋੜੀ ਜਿਹੀ ਇਸ ਚੀਜ਼ ਨੂੰ ਲੈ ਕੇ ਅੱਜ ਕੱਲ ਸਟ੍ਰਿਕਟ ਹੈ। ਪਹਿਲਾਂ ਕਾਫੀ ਸਕਿੱਲ ਅਸੈਸਮੈਂਟ ਸੀਗੀਆਂ ਜੋ ਜੋ ਮੈਂ ਖੁਦ ਵੀ ਫੇਸ ਕੀਤੀ ਹੈ। ਇੱਕ ਦੋ ਸਕਿੱਲ ਅਸੈਸਮੈਂਟਸ ਪਹਿਲਾਂ ਪੋਜ਼ਿਟਿਵ ਆਈਆਂ ਹੋਈਆਂ ਸੀ ਔਰ ਉਹਨਾਂ ਐਪਲੀਕੈਂਟਸ ਦੇ ਕੋਲ ਡਾਕੂਮੈਂਟਸ ਨਹੀਂ ਸੀਗੇ, ਲਾਈਕ ਫਾਰਮ 16 ਨਹੀਂ ਸੀਗਾ, ਔਰ ਸੇਮ ਜੋ ਅਸੈਸਮੈਂਟ ਸੀ ਉਹ ਨੈਗੇਟਿਵ ਵੀ ਆਈ ਸੀ ਉਸ ਸਟੂਡੈਂਟ ਦੀ। ਬਟ ਇਹ ਉਹਦੇ ਵਿੱਚ ਕੀ ਸੀਗਾ ਕਿ ਜੋ ਵੀ ਏਜੰਟ ਸੀਗੇ ਉਹਨਾਂ ਨੇ ਨਹੀਂ ਪ੍ਰੋਵਾਈਡ ਕੀਤੀ, ਫਾਰਮ 16 ਨਹੀਂ ਪ੍ਰੋਵਾਈਡ ਕੀਤਾ ਹੋਇਆ ਸੀਗਾ, ਜਾਂ ਫਾਰਮ 16B। ਮੇਨਲੀ ਕੱਲੀ ITR ਪ੍ਰੋਵਾਈਡ ਕਰਨਾ ਕੰਮ ਨਹੀਂ ਕਰਦਾ, ਉਹਦੇ ਟ੍ਰੇਸਿਸ ਵੀ ਦੇਣਾ ਸਾਡੇ ਲਈ ਮਸਟ ਹੋਇਆ ਹੈ ACS ਦੇ ਵਿੱਚ,
ਕਿ ਓਕੇ। ਐਕਚੁਅਲੀ ਜੋ ਤੁਹਾਡੀ ਸੈਲਰੀ ਹੈਗੀ ਆ ਉਹ ਤੁਹਾਡੀ ਜੋ ਤੁਸੀਂ ਨੋਮੀਨੇਟਡ ਆਰਗੇਨਾਈਜੇਸ਼ਨ ਦੇ ਰਹੇ ਹੋ, ਜਿਹਦੇ ਕੋਲੋਂ ਤੁਸੀਂ ਐਕਸਪੀਰੀਅੰਸ ਲੈ ਕੇ ਪ੍ਰੋਵਾਈਡ ਕਰ ਰਹੇ ਹੋ, ਐਕਚੁਅਲੀ ਉਹ ਸੈਲਰੀ ਜਿਹੜੀ ਆ ਜਾਂ ਉਹ ਟੈਕਸ ਹੈ ਉਸੇ ਜੌਬ ਰਿਲੇਟਡ ਹੀ ਹੈ। ਕਿਉਂਕਿ ਕਾਫੀ ਫੌਰਜਡ ਡਾਕੂਮੈਂਟ ਦੇ ਵਿੱਚ ਇਹ ਚੀਜ਼ ਵੀ ਚੱਲਦੀ ਹੈ ਕਿ ਕਿਸੇ ਦੀ ਸੈਲਰੀ ਕਿਸੇ ਹੋਰ ਜੌਬ ਦੇ ਵਿੱਚੋਂ ਆ ਰਹੀ ਸੀ, ਔਰ ਉਹਨਾਂ ਦੇ ਜੋ ਸਕਿੱਲ ਜੋ ਉਹਨਾਂ ਦੀ ਬੈਂਕ ਸਟੇਟਮੈਂਟ ਸੀ, ਬੈਂਕ ਸਟੇਟਮੈਂਟ ਦੇ ਵਿੱਚ ਸਿਰਫ ਇੰਨਾ ਮੈਂਸ਼ਨ ਕੀਤਾ ਆ ਰਿਹਾ ਸੀ ਸੈਲਰੀ। ਤਾਂ ਉਹਨਾਂ ਨੇ ਇਸ ਚੀਜ਼ ਨੂੰ ਫੌਜਡ ਕਰਕੇ ਕਿ ਇਹ ਸੈਲਰੀ ਮੈਨੂੰ ਆਈਟੀ ਦੇ ਵਿੱਚੋਂ ਆ ਰਹੀ ਹੈ, ਆਈਟੀ ਕੰਪਨੀ ਦੇ ਵਿੱਚੋਂ ਆ ਰਹੀ ਹੈ, ਤਾਂ ਆਪਦਾ ਐਕਸਪੀਰੀਅੰਸ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ। ਬਟ ਆਈਟੀਆਰ ਕੱਲੀ ਨਹੀਂ ਕੰਮ ਕਰੇਗੀ, ਫਾਰਮ 16 ਵੀ ਹੋਣਾ ਮਸਟ ਹੈ। ਤੋ ਜੇ ਤੁਸੀਂ ਸਕਿੱਲ ਅਸੈਸਮੈਂਟ ਪੋਜ਼ਿਟਿਵ ਲੈਣੀ ਆ ਏਸੀਐਸ ਦੀ, ਤਾਂ ਤੁਹਾਡੇ ਕੋਲੇ ਬੈਂਕ ਸਟੇਟਮੈਂਟ, ਤੁਹਾਡੇ ਕੋਲੇ ਸੈਲਰੀ ਸਲਿੱਪਸ, ਤੁਹਾਡੇ ਕੋਲ ਆਈਟੀਆਰ ਪਲੱਸ ਫਾਰਮ 16 ਹੋਏਗਾ, ਤਾਂ ਤੁਹਾਡੀ ਸਕਿੱਲ ਅਸੈਸਮੈਂਟ ਬੜੇ ਆਰਾਮ ਨਾਲ ਪੋਜ਼ਿਟਿਵ ਆ ਜਾਏਗੀ। ਤਾਂ ਬਟ ਸਰ ਓਬਵੀਅਸਲੀ ਕਈ, ਹਾਂਜੀ। ਜੀ, ਕਈ ਪ੍ਰਾਈਵੇਟ ਕੰਪਨੀਆਂ ਇਦਾਂ ਦੀਆਂ ਨੇ ਜਿਹੜੀਆਂ ਮੇਬੀ ਫਾਰਮ 16 ਨਹੀਂ ਦਿੰਦੀਆਂ, ਦੈਨ ਉਸ ਕੇਸ ਦੇ ਵਿੱਚ ਫਿਰ ਕੀ ਹੋਏਗਾ? ਨਹੀਂ, ਕੋਈ ਕੋਈ ਨਹੀਂ ਹੋਏਗਾ, ਉਹਦੇ ਵਿੱਚ ਕੋਈ ਹੱਲ ਨਹੀਂ ਹੈ। ਫਾਰਮ 16 ਨਹੀਂ ਹੋਏਗਾ ਤਾਂ ਫਾਰਮ 6, ਜੇ ਕੰਪਨੀ ਫਾਰਮ 16 ਨਹੀਂ ਦੇ ਰਹੀ ਤਾਂ ਫਾਰਮ 16 ਬੀ ਪ੍ਰੋਵਾਈਡ ਕਰਵਾ ਦਿਓ, ਬਟ ਪ੍ਰੂਫ ਤਾਂ ਚਾਹੀਦਾ ਹੀ ਹੋਏਗਾ ਜੀ। ਹਾਂ, ਓਕੇ। ਜਿਹੜੀ ਇੱਕ ਪ੍ਰੋਬਲਮ ਆਉਂਦੀ ਹੈ ਜਿਸ ਨੂੰ ਏਸੀਐਸ ਸਮਝਦੀ ਵੀ ਹੈ, ਕਿ ਕਈ ਮਲਟੀਨੈਸ਼ਨਲ ਕੰਪਨੀਆਂ ਨੇ ਉਹ ਐਕਸਪੀਰੀਅੰਸ ਲੈਟਰ ਨਹੀਂ ਪ੍ਰੋਵਾਈਡ ਕਰਦੀਆਂ। ਠੀਕ ਹੈ, ਉਸ ਕੇਸ ਦੇ ਵਿੱਚ ਤੁਸੀਂ ਆਪਣੇ ਜੋ ਕੋਲੀਗਸ ਨੇ, ਤੁਹਾਡੇ ਜੋ ਸੀਨੀਅਰਸ ਨੇ, ਉਹਨਾਂ ਕੋਲੋਂ ਤੁਸੀਂ ਸਟੈਟ ਪ੍ਰੋਵਾਈਡ ਕਰ ਸਕਦੇ ਹੋ, ਜਿਹਦੇ ਵਿੱਚ ਉਹ ਮੈਂਸ਼ਨ ਕਰਕੇ ਦੇ ਦੇਣਗੇ ਕਿ ਇਹ EMPLOYEE ਸਾਡੇ ਨਾਲ ਇੰਨੇ ਸਾਲ ਤੋਂ ਕੰਮ ਕਰ ਰਿਹਾ ਜਾਂ ਮੇਰੀ ਸੁਪਰਵਿਜ਼ਨ ਦੇ ਅੰਡਰ ਕੰਮ ਕਰ ਰਿਹਾ ਇੰਨੀ ਦੇਰ ਤੋਂ, ਤਾਂ ਇਟ ਇਜ਼ ਅਸੈਪਟੇਬਲ। ਅਗਰ ਕਿਉਂਕਿ ਜੇ ਤੁਹਾਡਾ EMPLOYER ਤੁਹਾਨੂੰ ਕਿਉਂਕਿ ਕਈ ਕੰਪਨੀਆਂ ਦੀ ਟਰਮਸ ਦੇ ਵਿੱਚ ਹੁੰਦਾ ਕਿ ਤੁਹਾਨੂੰ ਅਸੀਂ ਐਕਸਪੀਰੀਅੰਸ ਲੈਟਰ ਉਦੋਂ ਹੀ ਪ੍ਰੋਵਾਈਡ ਕਰਵਾਵਾਂਗੇ ਜਦੋਂ ਤੁਸੀਂ ਜੌਬ ਛੱਡ ਕੇ ਜਾਓਗੇ, ਇਨ ਬਿਟਵੀਨ ਅਸੀਂ ਐਕਸਪੀਰੀਅੰਸ ਲੈਟਰ ਨਹੀਂ ਦੇਣਾ। ਤਾਂ ਇਹ ਚੀਜ਼ ਹੋ ਸਕਦੀ ਹੈ ਪੋਸੀਬਲ, ਬਟ ਫਾਈਨੈਂਸ਼ੀਅਲ ਪ੍ਰੂਫ ਤੋਂ ਬਿਨਾ ਸਕਿੱਲ ਅਸੈਸਮੈਂਟ ਲੈਣੀ ਇਜ਼ ਨਾਟ ਈਜ਼ੀ। ਓਕੇ ਓਕੇ ਸਰ। ਸਰ, ਤੁਸੀਂ ਥੋੜਾ ਐਜੂਕੇਸ਼ਨ ਦੀ ਰਿਕੁਆਇਰਮੈਂਟ ਬਾਰੇ ਇਲੈਬੋਰੇਟ ਕਰੋਗੇ? ਹਾਂਜੀ, ਅਹ, ਜਿੱਦਾਂ ਵੈਰੀ ਮਚ ਆਬਵੀਅਸ ਹੈ ਕਿ ਕੰਪਿਊਟਰਸ ਰਿਲੇਟਡ ਸਾਰੇ ਆਕੂਪੇਸ਼ਨਸ ਨੇ, ਤਾਂ ਐਜੂਕੇਸ਼ਨ ਵੀ ਕੰਪਿਊਟਰ ਰਿਲੇਟਡ ਹੀ ਹੋਣੀ ਚਾਹੀਦੀ ਹੈ। ਬੈਚਲਰ ਆਫ ਕੰਪਿਊਟਰ ਸਾਇੰਸ ਹੋ ਗਈ, ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨਸ ਹੋ ਗਿਆ। ਠੀਕ ਹੈ, ਕੰਪਿਊਟਰ ਰਿਲੇਟਡ ਜਿੰਨੀਆਂ ਵੀ ਐਜੂਕੇਸ਼ਨਸ ਨੇ, ਐਮਸੀਏ ਹੋ ਗਈ, ਐਮਐਸਸੀ ਆਈਟੀ ਹੋ ਗਈ, ਠੀਕ ਹੈ, ਇੰਫੋਰਮੇਸ਼ਨ ਟੈਕਨੋਲੋਜੀ ਦੀਆਂ ਜੋ ਡਿਗਰੀਜ਼ ਨੇ। ਇਸ ਤੋਂ ਇਲਾਵਾ ਏਸੀਐਸ ਕਈ ਜਗ੍ਹਾ ਤੇ ਇਰਰੈਲੇਵੈਂਟ ਜੋ ਐਜੂਕੇਸ਼ਨ ਹੈਗੀ ਆ ਉਹਨੂੰ ਵੀ ਅਸੈਪਟ ਕਰ ਲੈਂਦੀ ਹੈ। ਕਿਉਂਕਿ ਕਈ ਮੇਰੇ ਕੋਲ ਐਪਲੀਕੈਂਟ ਆਉਂਦੇ ਨੇ ਜਿਨ੍ਹਾਂ ਨੇ ਬੀਟੈਕ ਕੀਤੀ ਹੁੰਦੀ ਆ, ਬਟ ਨਾਟ ਇਨ ਕੰਪਿਊਟਰ ਸਾਇੰਸ, ਬਟ ਉਹਨਾਂ ਦੀ ਬੀਟੈਕ ਇਲੈਕਟ੍ਰੀਕਲ ਦੇ ਵਿੱਚ ਆ, ਬਟ ਉਹ ਕੰਮ ਆਈਟੀ ਕੰਪਨੀ ਦੇ ਵਿੱਚ ਕਰ ਰਹੇ ਆ। ਤਾਂ ਇਨ ਦੈਟ ਕੇਸ ਏਸੀਐਸ ਅਸੈਪਟ ਕਰ ਲੈਂਦੀ ਹੈ, ਰਿਗਾਰਡਲੈਸ ਕਿ ਤੁਹਾਡੇ ਕੋਲ ਐਕਸਪੀਰੀਅੰਸ ਕਿੰਨਾ। ਐਕਸਪੀਰੀਅੰਸ ਏਸੀਐਸ ਡਿਡਕਟ ਕਰਦੀ ਹੈ ਐਸ ਪਰ ਦਾ ਐਜੂਕੇਸ਼ਨ, ਚਾਹੇ ਤੁਹਾਡੀ ਐਜੂਕੇਸ਼ਨ ਰੈਲੇਵੈਂਟ ਹੈ ਚਾਹੇ ਤੁਹਾਡੀ ਐਜੂਕੇਸ਼ਨ ਇਰਰੈਲੇਵੈਂਟ ਹੈ। 2 ਸਾਲ ਦਾ ਐਕਸਪੀਰੀਅੰਸ ਤਾਂ ਏਸੀਐਸ ਨੇ ਐਜ਼ ਅ ਟ੍ਰੇਨਿੰਗ ਕੈਲਕੂਲੇਟ ਕਰਕੇ ਤੁਹਾਨੂੰ ਕਾਊਂਟ ਕਰਕੇ ਉਹਨਾਂ ਨੇ ਡਿਡਕਟ ਕਰਨਾ ਹੀ ਹੈ। ਸੈਕੰਡਲੀ, ਅਗਰ ਤੁਹਾਡੀ ਐਜੂਕੇਸ਼ਨ ਇਨ ਐਨੀ ਕੇਸ ਰੈਲੇਵੈਂਟ ਨਹੀਂ ਹੈਗੀ, ਉਸ ਕੇਸ ਦੇ ਵਿੱਚ ਤੁਹਾਡਾ ਐਕਸਪੀਰੀਅੰਸ 2 ਤੋਂ ਲੈ ਕੇ 4 ਸਾਲ ਤੱਕ, 5 ਸਾਲ ਤੱਕ ਡਿਡਕਟ ਹੋ ਸਕਦਾ ਹੈ ਇਕੁਅਲੈਂਸੀ ਮੇਨਟੇਨ ਕਰਨ ਵਾਸਤੇ। ਤੇ ਉਹ ਇਹਦੇ ਵਿੱਚ ਇਹ ਚੀਜ਼ ਦਾ ਹੁਣ ਧਿਆਨ ਰੱਖਣਾ ਹੈ ਕਿ ਜੇ ਮੰਨ ਕੇ ਚਲੋ ਤੁਸੀਂ ਕਹੋ ਕਿ ਜੀ ਮੈਂ 5 ਸਾਲ ਕੰਮ ਕੀਤਾ ਹੈ ਆਈਟੀ ਦੇ ਵਿੱਚ, ਤੇ ਐਸ ਪਰ ਪੁਆਇੰਟ ਟੇਬਲ ਮੈਨੂੰ 10 ਪੁਆਇੰਟਸ ਮਿਲਣੇ ਚਾਹੀਦੇ ਨੇ, ਬਟ ਸਕਿੱਲ ਅਸੈਸਮੈਂਟ ਬੋਡੀ ਏਸੀਐਸ ਤੁਹਾਡੀ ਸਕਿੱਲ ਅਸੈਸਮੈਂਟ ਕਰੇਗੀ ਔਰ 2 ਸਾਲ ਉਹਨੂੰ ਮਾਈਨਸ ਕਰੇਗੀ, ਤਾਂ ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਤੁਸੀਂ ਕਲੇਮ ਕਰ ਪਾਓਗੇ, ਤਾਂ ਜਿਹਦੇ 5 ਪੁਆਇੰਟ ਮਿਲਣਗੇ। ਤਾਂ ਇਸ ਚੀਜ਼ ਦਾ ਮਾਈਂਡ ਦੇ ਵਿੱਚ ਰੱਖ ਕੇ ਚੱਲੋ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਜੀ ਮੇਰੇ 2 ਸਾਲ ਡਿਡਕਟ ਹੋ ਗਏ ਤੇ ਮੇਰੇ 5 ਪੁਆਇੰਟ ਮਾਈਨਸ ਹੋ ਗਏ ਨੇ। ਓਕੇ ਹਾਂਜੀ। ਸਰ, ਅਸੈਸਮੈਂਟ ਦੇ ਦੌਰਾਨ ਕੋਈ ਹੋਰ ਲਾਈਕ ਕੋਈ ਐਗਜ਼ਾਮ ਜਾਂ ਕੋਈ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟਸ ਜਾਂ ਨਹੀਂ ਜਿਵੇਂ ਇਦਾਂ ਦਾ ਕੁਝ, ਕੋਈ ਹੋਰ ਰਿਕੁਆਇਰਮੈਂਟ? ਨਹੀਂ, ਜਿੱਦਾਂ ਆਪਾਂ ਪਹਿਲੇ ਉਹਦੇ ਵਿੱਚ ਦੱਸਿਆ ਸੀਗਾ ਐਪੀਸੋਡ ਦੇ ਵਿੱਚ ਕਿ ਵੀ ਕਾਫੀ ਸਕਿੱਲ ਅਸੈਸਮੈਂਟ ਬੋਡੀਜ਼ ਹੈ, ਹਰੇਕ ਅਸੈਸਿੰਗ ਬੋਡੀ ਦੀ ਆਪਦੀ ਆਪਦੀ ਰਿਕੁਆਇਰਮੈਂਟ ਹੁੰਦੀ ਹੈ। ਕਈ ਸਕਿੱਲ ਅਸੈਸਿੰਗ ਬੋਡੀਜ਼ ਪਹਿਲਾਂ 7 ਇਨ ਈਚ ਮੋਡਿਊਲ ਮੰਗਦੇ ਨੇ, ਕਈ ਸੀਡੀਆਰ ਮੰਗਦੇ ਨੇ। ਠੀਕ ਹੈ, ਏਸੀਐਸ ਦੀ ਇਦਾਂ ਦੀ ਕੋਈ ਰਿਕੁਆਇਰਮੈਂਟ, ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਨਹੀਂ ਹੈਗੀ ਏਸੀਐਸ ਦੇ। ਜੋ ਸਭ ਤੋਂ ਵੱਡੀ ਇੱਕ ਮਾਈਨਸ ਪੁਆਇੰਟ ਲਗਾ ਲਓ ਇਹ ਹੈ ਕਿ 2 ਸਾਲ ਦੀ ਜੋ ਐਕਸਪੀਰੀਅੰਸ ਦੀ ਡਿਡਕਸ਼ਨ ਹੁੰਦੀ ਹੈ। ਜੀ। ਅਦਰਵਾਈਜ਼ ਬਹੁਤ ਸਟ੍ਰੇਟ ਫਾਰਵਰਡ ਹੈ ਸਕਿੱਲ ਅਸੈਸਮੈਂਟ। ਤੇ ਇਹਦੇ ਵਿੱਚ ਜੋ ਟਾਈਮ ਪੀਰੀਅਡ ਹੁੰਦਾ ਹੈ, ਤਕਰੀਬਨ 8 ਤੋਂ 12 ਵੀਕ ਦਾ ਟਾਈਮ ਲੈਂਦੀ ਹੈ ਸਕਿੱਲ ਅਸੈਸਮੈਂਟ ਵਾਸਤੇ ਬੋਡੀ। ਹਮ। ਓਕੇ ਜੀ।
ਸਰ ਇਹਦਾ ਟੋਟਲ ਐਕਸਪੈਂਸਸ ਦੱਸੋਗੇ ਕੀ ਅਸੈਸਿੰਗ ਬੋਡੀ ਦੀ ਫੀ ਹੈ ਇਹਦੇ ਵਿੱਚ? ਸਕਿੱਲ ਅਸੈਸਮੈਂਟ ਦੀ ਇਹਦੀ ਜੋ ਜਨਰਲ ਫੀਸ ਹੈਗੀ ਹੈ $560 ਹੈ ਓਕੇ। ਅੱਜ ਦੇ ਅਕੋਰਡਿੰਗ। ਐਂਡ ਕੋਈ ਪ੍ਰਾਇੋਰਟੀ ਫੀਸ, ਕੋਈ ਇਨ ਨਹੀਂ, ਇਹਦੇ ਕੇਸ ਵਿੱਚ ਕਿਸੇ? ਪ੍ਰਾਇੋਰਟੀ ਨਹੀਂ ਪ੍ਰੋਵਾਈਡ ਕਰ ਰਹੇ ਹਜੇ, ਏਸੀਐਸ ਪ੍ਰਾਇੋਰਟੀ ਨਹੀਂ ਪ੍ਰੋਵਾਈਡ ਕਰ ਰਹੇ। ਓਕੇ ਜੀ। ਹਾਂਜੀ, ਜਿੱਦਾਂ ਬੈਟਾਸਿਸ ਜਾਂ ਹੋਰ ਬੋਡੀਜ਼ ਦੇ ਵਿੱਚ ਪ੍ਰਾਇੋਰਟੀ ਪ੍ਰੋਸੈਸਿੰਗ ਹੈਗੀ ਆ, ਏਸੀਐਸ ਦੇ ਪ੍ਰਾਇੋਰਟੀ ਪ੍ਰੋਸੈਸਿੰਗ ਨਹੀਂ ਪ੍ਰੋਵਾਈਡ ਕਰ ਰਹੇ। ਓਕੇ ਸਰ, ਆਈ ਥਿੰਕ ਤੁਸੀਂ ਸਾਰਾ ਕੁਝ ਵੈਸੇ ਤਾਂ ਐਕਸਪਲੇਨ ਕਰ ਹੀ ਚੁੱਕੇ ਹੋ, ਬਟ ਜਿੰਨਾ ਕਿ ਮੇਰੇ ਧਿਆਨ ਦੇ ਵਿੱਚ ਆਪਣੀ ਲਾਸਟ ਵੀਡੀਓਜ਼ ਦੇ ਵਿੱਚ ਤੁਸੀਂ ਦੱਸਿਆ ਸੀ ਕਿ ਅਸੈਸਮੈਂਟ ਹੋਣ ਤੋਂ ਬਾਅਦ ਨੈਕਸਟ ਸਟੈਪਸ ਕੀ ਰਹਿਣਗੇ ਐਂਡ ਅਪਰੋਕਸ ਕਿੰਨਾ ਟਾਈਮ ਹੁੰਦਾ ਹੈ, ਕਿਉਂਕਿ ਸਾਰੇ ਐਪਲੀਕੈਂਟਸ ਦੇ ਮਾਈਂਡ ਦੇ ਵਿੱਚ ਇਹੀ ਚੀਜ਼ ਹੁੰਦੀ ਹੈ ਕਿ ਵੀ ਮੈਨੂੰ ਟੋਟਲ ਮਿਲਾ ਕੇ ਦੱਸੋ ਕਿ ਕਿੰਨਾ ਟਾਈਮ ਲੱਗੇਗਾ ਪੀਆਰ ਆਉਣ ਤੱਕ। ਓਕੇ, ਡਿਫਿਕਲਟ ਕੁਐਸਚਨ ਜੀ, ਬਟ ਅਗੇਨ ਜਿੱਦਾਂ ਆਪਾਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ, ਐਲੈਬੋਰੇਟ ਕਰ ਚੁੱਕੇ ਹਾਂ ਕਿ ਇਹ ਪਹਿਲਾ ਸਟੈਪ ਹੈ ਸਕਿੱਲ ਅਸੈਸਮੈਂਟ। ਪੋਜ਼ਿਟਿਵ ਸਕਿੱਲ ਅਸੈਸਮੈਂਟ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਪੀਆਰ ਮਿਲ ਗਿਆ ਜੀ, ਠੀਕ ਹੈ। ਪੋਜ਼ਿਟਿਵ ਸਕਿੱਲ ਅਸੈਸਮੈਂਟ ਦਾ ਮਤਲਬ ਹੈ ਕਿ ਤੁਸੀਂ ਇੱਕ ਸਟੈਪ ਅਪ ਹੋ ਗਏ ਹੋ ਆਪਣੇ ਪੀਆਰ ਦੇ ਪ੍ਰੋਸੈਸ ਦੇ ਵਿੱਚ, ਠੀਕ ਹੈ। ਸੈਕਿੰਡ ਸਟੈਪ ਦੇ ਵਿੱਚ ਜਿੰਨੇ ਤੁਸੀਂ ਪੁਆਇੰਟਸ ਕਲੇਮ ਕਰ ਰਹੇ ਹੋ ਉਹਨਾਂ ਪੁਆਇੰਟਸ ਦੇ ਅਕੋਰਡਿੰਗਲੀ ਆਪਾਂ ਈਓਆਈ ਲਾਂਚ ਕਰਾਂਗੇ। ਕਈ ਸਟੇਟ ਦੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਆਪਾਂ ਆਰਓਆਈਜ਼ ਵੀ ਲਾਂਚ ਕਰਾਂਗੇ, ਠੀਕ ਹੈ। ਉਹਨਾਂ ਆਰਓਆਈ ਔਰ ਈਓਆਈ ਦੇ ਪੁਆਇੰਟਸ ਦੇ ਬੇਸਿਸ ਦੇ ਉੱਤੇ ਤੁਹਾਨੂੰ ਇਨਵਾਈਟ ਆਏਗਾ, ਔਰ ਇਨਵਾਈਟ ਆਉਣ ਤੋਂ ਬਾਅਦ ਤੁਹਾਨੂੰ 60 ਡੇਜ਼ ਦੇ ਵਿੱਚ ਵੀਜ਼ਾ ਅਲਾਟਮੈਂਟ ਦਾ ਟਾਈਮ ਮਿਲੇਗਾ, ਠੀਕ ਹੈ। ਤਾਂ ਆਪਾਂ ਕੋਈ ਜਨਰਲ ਗਾਈਡਲਾਈਨਸ ਨਹੀਂ ਦੇ ਸਕਦੇ ਕਿ ਕਿੰਨਾ ਟਾਈਮ ਲੱਗੇਗਾ। ਦੇਖੋ, ਵੀਜ਼ਾ ਲੌਜਮੈਂਟ ਤੋਂ ਬਾਅਦ ਜੋ ਪ੍ਰੋਸੈਸਿੰਗ ਟਾਈਮ ਹੈਗਾ ਉਹ ਗਲੋਬਲ ਪ੍ਰੋਸੈਸਿੰਗ ਟਾਈਮ ਤਾਂ ਡੀਐਚਏ ਦੀ ਵੈਬਸਾਈਟ ਦੇ ਉੱਤੇ ਪਬਲਿਸ਼ਡ ਹੈ ਕਿ ਅਗਰ 190 ਵੀਜ਼ਾ ਹੈ ਤਾਂ ਉਹਦਾ ਗਲੋਬਲ ਪ੍ਰੋਸੈਸਿੰਗ ਟਾਈਮ ਕਿੰਨਾ ਹੈ, 491 ਦਾ ਗਲੋਬਲ ਪ੍ਰੋਸੈਸਿੰਗ ਟਾਈਮ ਕਿੰਨਾ ਹੈ। ਬਟ ਸਕਿੱਲ ਅਸੈਸਮੈਂਟ ਪੋਜ਼ਿਟਿਵ ਹੋਣ ਤੋਂ ਬਾਅਦ ਵੀਜ਼ਾ ਲੌਜਮੈਂਟ ਤੱਕ ਦਾ ਟਾਈਮ ਜਿਹੜਾ ਹੈਗਾ ਇਹ ਟੋਟਲੀ ਇੱਕ ਪਰਸਨ ਦੀ ਪ੍ਰੋਫਾਈਲ ਦੇ ਉੱਤੇ ਡਿਪੈਂਡ ਕਰਦਾ। ਇੱਕ ਪਰਸਨ 65 ਪੁਆਇੰਟਸ ਦੇ ਉੱਤੇ ਫਾਈਲ ਆ ਰਿਹਾ ਔਰ ਇੱਕ ਪਰਸਨ 100 ਪੁਆਇੰਟਸ ਦੇ ਉੱਤੇ ਫਾਈਲ ਆ ਰਿਹਾ, ਤੇ ਦੋਨਾਂ ਦੇ ਲਈ ਇੱਕ ਆਪਾਂ ਜਨਰਲ ਟਾਈਮਿੰਗ ਨਹੀਂ ਕਹਿ ਸਕਦੇ ਕਿ ਦੋਨਾਂ ਨੂੰ 3 ਮਹੀਨੇ ਲੱਗਣਗੇ, ਜੀ। ਠੀਕ ਹੈ। ਹੋ ਸਕਦਾ 100 ਪੁਆਇੰਟਸ ਵਾਲਿਆਂ ਨੂੰ ਜ਼ਿਆਦਾ ਵੇਟ ਕਰਨੀ ਪੈ ਜੇ, ਹੋ ਸਕਦਾ 65 ਪੁਆਇੰਟਸ ਵਾਲੇ ਦੇ ਸਕਿੱਲ ਕੁਝ ਕਿਸੇ ਹੋਰ ਆਕੂਪੇਸ਼ਨ ਦੇ ਵਿੱਚ ਸਕਿੱਲ ਹੈ, ਉਹਨੂੰ ਛੇਤੀ ਇਨਵਾਈਟ ਆ ਜੇ। ਤਾਂ ਟੋਟਲੀ ਤੁਹਾਡਾ ਆਕੂਪੇਸ਼ਨ, ਉਹਦੀ ਡਿਮਾਂਡ, ਉਹਦੇ ਕਿੰਨੀਆਂ ਈਓਆਈਜ਼ ਆਲਰੇਡੀ ਲੌਂਚਡ ਹੈ, ਉਹਨਾਂ ਸਾਰੀਆਂ ਚੀਜ਼ਾਂ ਦੇ ਵੇਰੀਏਬਲਸ ਜਿਹੜੇ ਹੈਗੇ ਉਹ ਦੇਖ ਕੇ ਫਿਰ ਆਪਾਂ ਡਿਸਾਈਡ ਕਰ ਸਕਦੇ ਹਾਂ ਕਿ ਕਿੰਨਾ ਟਾਈਮ ਲੱਗੇਗਾ, ਠੀਕ ਹੈ। ਓਕੇ। ਇਸੇ ਲਈ ਹੀ ਤਾਂ ਆਪਾਂ ਤੁਹਾਨੂੰ ਦੱਸਦੇ ਹੁੰਦੇ ਆ ਕਿ ਇਹ ਜਰਨਲ ਇਨਫੋਰਮੇਸ਼ਨ ਦੀ ਸੀਰੀਜ਼ ਹੈਗੀ ਆ। ਹੁਣ ਇਹ ਸੀਰੀਜ਼ ਸ਼ੁਰੂ ਕਰਨ ਦਾ ਰੀਜ਼ਨ ਕੀ ਹੈ? ਕਈ ਵਾਰ ਕੀ ਹੁੰਦਾ ਹੈ ਕਿ ਮੈਂ ਬਿਜ਼ੀ ਹੁੰਨਾ, ਮੇਰੇ ਕੋਲ ਕੁਐਰੀਜ਼ ਆਉਂਦੀਆਂ ਨੇ, ਮੈਂ ਆਈ ਲਵ ਟੂ ਹੈਂਡਲ ਆਲ ਦਾ ਕੁਐਰੀਜ਼ ਮਾਈ ਸੈਲਫ ਕਿ ਮੈਂ ਹਰੇਕ ਨਾਲ ਗੱਲ ਮੈਂ ਖੁਦ ਕਰਾਂ। ਪਰ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਜੋ ਬਿਲਕੁਲ ਸਿੰਪਲ ਜਰਨਲ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਵਾਰ-ਵਾਰ ਸਾਨੂੰ ਦੱਸਣੀਆਂ ਪੈਂਦੀਆਂ ਨੇ। ਉਹਦੇ ਵਿੱਚ ਐਪਲੀਕੈਂਟ ਦਾ ਵੀ ਟਾਈਮ ਵੇਸਟ ਹੁੰਦਾ, ਉਹਦੇ ਵਿੱਚ ਸਾਡਾ ਵੀ ਟਾਈਮ ਵੇਸਟ ਹੁੰਦਾ। ਇਹ ਇਨਫੋਰਮੇਸ਼ਨ ਸੀਰੀਜ਼ ਹੋਏਗੀ ਕਿ ਜੋ ਤੁਹਾਡੀ ਬੇਸਿਕ ਕੁਐਰੀਜ਼ ਹੈਗੀਆਂ ਨੇ ਉਹ ਤੁਸੀਂ ਇੱਥੇ ਦੇਖੋ, ਵੀਡੀਓਜ਼ ਦੇ ਵਿੱਚ ਦੇਖੋ। ਤੁਸੀਂ ਵੀਡੀਓਜ਼ ਦੇ ਥੱਲੇ ਕਮੈਂਟ ਕਰੋ, ਅਸੀਂ ਉਹਨਾਂ ਦਾ ਆਨਸਰ ਵੀ ਕਰਾਂਗੇ ਤੁਹਾਨੂੰ, ਠੀਕ ਹੈ। ਉਸ ਤੋਂ ਬਾਅਦ ਜਦ ਤੁਸੀਂ ਆਪਦੀ ਫਾਈਲ ਨੂੰ ਪ੍ਰੋਸੈਸ ਕਰਵਾਉਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਆ, ਫਿਰ ਤੁਸੀਂ ਸਾਡੇ ਕੋਲੇ ਆਓ। ਫਿਰ ਜਿਹੜੀਆਂ ਇਹ ਇਦਾਂ ਦੀਆਂ ਜਿੱਦਾਂ ਦੀ ਤੁਹਾਡੀ ਕੁਐਰੀ ਹੈ ਕਿ ਕਿੰਨਾ ਟਾਈਮ ਲੱਗੇਗਾ, ਫਿਰ ਉਹ ਤੁਹਾਡੀ ਪ੍ਰੋਫਾਈਲ ਨੂੰ ਅਸੈਸ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੰਨਾ ਟਾਈਮ ਲੱਗ ਸਕਦਾ ਹੈ। ਅਗੇਨ ਇਹ ਨਹੀਂ ਹੋਏਗਾ ਕਿ ਮੈਂ ਦੱਸਾਂਗਾ ਕਿ ਇੰਨੀ ਦੇਰ ਚ ਆ ਜਾਏਗੀ ਪੀਆਰ, ਲੱਗ ਸਕਦਾ ਹੈ ਤੇ ਇੰਨਾ ਟਾਈਮ ਹੋ ਸਕਦਾ ਤੁਹਾਡੇ ਲਈ ਜੀ। ਥੈਂਕ ਯੂ ਸੋ ਮਚ ਸਰ। ਆਈ ਥਿੰਕ ਤੁਸੀਂ ਸਾਰੇ ਪੁਆਇੰਟਸ ਕਵਰ ਕਰ ਹੀ ਦਿੱਤੇ ਹੋਏ ਨੇ। ਹਾਂਜੀ, ਐਂਡ ਨੈਕਸਟ ਮੈਂ ਸਾਰੇ ਵਿਊਅਰਸ ਨੂੰ ਰਿਕੁਐਸਟ ਕਰਦੀ ਹਾਂ ਕਿ ਜੇਕਰ ਸਟਿਲ ਤੁਹਾਡੀਆਂ ਕੁਐਰੀਜ਼ ਹੈਗੀਆਂ ਤਾਂ ਪਲੀਜ਼ ਤੁਸੀਂ ਅਪਾਇੰਟਮੈਂਟ ਬੁੱਕ ਕਰਵਾਓ ਐਂਡ ਸਰ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਬਾਕੀ ਨੀਚੇ ਸਰ ਡਿਟੇਲਸ ਸਾਰੀਆਂ ਦੇ ਹੀ ਦੇਣਗੇ। ਤੇ ਇੱਕ ਥੈਂਕ ਯੂ ਹੋਰ ਸੋ ਮਚ। ਰਿਕੁਐਸਟ ਹੈ ਜੀ, ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਸਾਨੂੰ ਫੋਲੋ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਨੂੰ ਸ਼ੇਅਰ ਕਰੋ, ਔਰ ਤਾਂ ਜੋ ਅਗਰ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਹੈ, ਹੋ ਸਕਦਾ ਇਹ ਵੀਡੀਓ ਤੁਹਾਡੇ ਕੰਮ ਦੀ ਨਹੀਂ ਹੈ, ਬਟ ਜੇ ਤੁਸੀਂ ਸ਼ੇਅਰ ਕਰ ਦੋ ਸ਼ਾਇਦ ਜਿਹਦੇ ਕੰਮ ਦੀ ਵੀਡੀਓ ਹੈ ਉਹਦੇ ਤੱਕ ਪਹੁੰਚ ਜਾਏ, ਠੀਕ ਹੈ ਜੀ। ਥੈਂਕ ਯੂ, ਹੋਪ ਕਰਦਾ ਕਿ ਜੋ ਸਾਡੇ ਐਫਰਟਸ ਹੈ ਉਹ ਤੁਹਾਡੇ ਕੰਮ ਆ ਰਹੇ ਹੋਣਗੇ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ।